ਜੇਕਰ ਤੁਸੀਂ ਐਜ਼ ਅ ਸਟੂਡੈਂਟ ਕੈਨੇਡਾ ਵਿੱਚ ਆ ਰਹੇ ਹੋ ਤਾਂ ਹੋ ਸਕਦਾ ਹੈ ਕਿ 에ਅਰਪੋਰਟ ਦੇ ਉੱਤੇ ਤੁਹਾਡੇ ਤੋਂ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਕੋਈ ਸਵਾਲ ਪੁੱਛੇ ਜਾਣ। ਸੋ ਇਹਨਾਂ ਸਵਾਲਾਂ ਦਾ ਤੁਸੀਂ ਡਟ ਕੇ ਆਨਸਰ ਦਿਵੋ। ਘਬਰਾਉਣ ਦੀ ਲੋੜ ਨਹੀਂ ਹੈ। ਪਰ ਇਸ ਤੋਂ ਬਾਅਦ ਜਦੋਂ ਤੁਹਾਨੂੰ ਪੇਪਰਸ ਮਿਲਦੇ ਨੇ ਉੱਥੇ ਕੁਝ ਸਮੇਂ ਲਈ ਖੜ ਕੇ ਆਪਣੇ ਪੇਪਰਸ ਜ਼ਰੂਰ ਚੈੱਕ ਕਰੋ। ਜਦੋਂ ਵੀ ਤੁਹਾਨੂੰ ਸਟੱਡੀ ਪਰਮਿਟ ਮਿਲਦਾ ਆ ਕਿ ਉਸ ਉੱਤੇ ਤੁਹਾਡਾ ਜਿਹੜਾ 20 ਆਵਰਸ ਦਾ ਵਰਕ ਪਰਮਿਟ ਲਿਖਿਆ ਹੋਣਾ ਚਾਹੀਦਾ, ਉਹ ਲਿਖਿਆ ਹੋਇਆ ਹੈ ਜਾਂ ਨਹੀਂ ਹੈ। ਕਿਉਂਕਿ ਤੁਹਾਨੂੰ ਅੱਜ ਇੱਕ ਅਜਿਹੀ ਖਬਰ ਦੱਸਣ ਜਾ ਰਹੀ ਹਾਂ ਜਿੱਥੇ ਇਮੀਗ੍ਰੇਸ਼ਨ ਵਿਭਾਗ ਦੀ ਗਲਤੀ ਦਾ ਖਾਮਿਆਜ਼ਾ ਇੱਕ ਭਾਰਤੀ ਵਿਦਿਆਰਥਣ ਨੂੰ ਚੁੱਕਣਾ ਪਿਆ। ਆਖਿਰ ਕੀ ਹੋਈ ਇਹ ਗਲਤੀ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ? ਤੁਸੀਂ ਖੁਦ ਦੇਖੋ ਇਹ ਰਿਪੋਰਟ। एक खबर है भारत तो आई अंतरराष्ट्रीय विद्यार्थन श्रेया राजपूत दी। असल ਦੇ ਵਿੱਚ श्रेया भारत तो कैनेडा विद्यार्थी वीसा ਤੇ आई सी। 17 ਦਸੰਬਰ ਨੂੰ ਉਹ ਕੈਨੇਡਾ ਦੇ ਪੀਅਰਸਨ 에ਅਰਪੋਰਟ ਤੇ ਲੈਂਡ ਕੀਤੀ ਅਤੇ ਸੌਲਸਰੀ ਮੈਰੀ ਦੇ ਐਲਗੋਮਾ ਯੂਨੀਵਰਸਿਟੀ ਵਿੱਚ ਇਨਫੋਰਮੇਸ਼ਨ ਟੈਕਨੋਲੋਜੀ ਦੀ ਪੜ੍ਹਾਈ ਕਰਨ ਲਈ ਆਈ। श्रेया ਦੀਆਂ ਮੁਸ਼ਕਿਲਾਂ ਉਸ ਵੇਲੇ ਸ਼ੁਰੂ ਹੋਈਆਂ ਜਦ ਉਹ ਟੋਰਾਂਟੋ ਇੰਟਰਨੈਸ਼ਨਲ 에ਅਰਪੋਰਟ ਤੇ ਪੁੱਜੀ। ਇਮੀਗ੍ਰੇਸ਼ਨ ਅਫਸਰ ਦੇ ਵੱਲੋਂ ਉਸ ਨੂੰ ਇੱਕ ਸਟੱਡੀ ਪਰਮਿਟ ਪ੍ਰਿੰਟ ਕਰਕੇ ਦਿੱਤਾ ਗਿਆ ਜਿਸ ਨਾਲ ਪਾਰਟ ਟਾਈਮ ਵਰਕ ਪਰਮਿਟ ਜੋ ਕਿ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਲੀਗਲ ਤੌਰ ਉੱਤੇ 20 ਘੰਟੇ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ, ਉਹ ਨਹੀਂ ਸੀ। ਪਰ श्रेया ਨੂੰ ਇਸ ਦੇ ਬਾਰੇ ਵਿੱਚ ਜਾਣਕਾਰੀ ਉਦੋਂ ਮਿਲੀ ਜਦ ਉਹ ਜਨਵਰੀ ਦੇ ਵਿੱਚ ਸਰਵਿਸ ਕੈਨੇਡਾ ਵਿਖੇ ਆਪਣਾ ਸਿਨ ਨੰਬਰ ਯਾਨੀ ਕਿ ਸੋਸ਼ਲ ਇੰਸ਼ੋਰੈਂਸ ਨੰਬਰ ਲੈਣ ਲਈ ਪੁੱਛੀ। ਉੱਥੇ ਉਸ ਨੂੰ ਕਿਹਾ ਗਿਆ ਕਿ ਉਹ ਇਸ ਲਈ ਐਲੀਜੀਬਲ ਨਹੀਂ ਹੈ ਕਿਉਂਕਿ ਉਸ ਦਾ ਸਟੱਡੀ ਪਰਮਿਟ ਉਸ ਨੂੰ ਪਾਰਟ ਟਾਈਮ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਅਜਿਹੇ ਵਿੱਚ ਕੋਈ ਹੋਰ ਚਾਰਾ ਨਾ ਦੇਖ श्रेया ਆਪਣੀ ਬਚਤ ਨਾਲ ਹੀ ਉੱਥੇ ਪੜ੍ਹਾਈ ਕਰਨ ਲੱਗੀ ਅਤੇ ਕਿਸੇ ਤਰ੍ਹਾਂ ਗੁਜ਼ਾਰਾ ਕਰਨ ਲੱਗੀ। ਥੋੜੀ ਬਹੁਤ ਮਦਦ GIC ਰਾਹੀਂ ਹੋ ਰਹੀ ਸੀ ਪਰ ਉਹ ਕਾਫੀ ਨਹੀਂ ਸੀ। ਉਹ ਨਾਲ ਦੀ ਨਾਲ ਇਹ ਵੀ ਲੱਭਣ ਲੱਗੀ ਕਿ ਉਹ ਇਸ ਗਲਤੀ ਨੂੰ ਕਿੰਜ ਠੀਕ ਕਰਵਾਏ। ਐਨੇ ਵਿੱਚ ਉਸ ਨੂੰ IRCC ਦੀ ਵੈਬਸਾਈਟ ਤੇ ਕੁਝ ਇਨਸਟਰਕਸ਼ਨਸ ਲਿਖੀਆਂ ਹੋਈਆਂ ਮਿਲੀਆਂ ਤਾਂ ਉਸਨੇ ਆਪਣੇ ਸਟੱਡੀ ਪਰਮਿਟ ਤੇ ਹੋਰ ਦਸਤਾਵੇਜ਼ਾਂ ਦੀ ਕਾਪੀ ਉੱਥੇ ਭੇਜੀ। ਪਰ 2 ਮਹੀਨੇ ਤੋਂ ਵੀ ਜ਼ਿਆਦਾ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਉਸ ਨੂੰ ਇਹ ਮੈਸੇਜ ਆਇਆ ਕਿ ਇਹ ਕਾਫੀ ਨਹੀਂ ਹੈ, ਉਸ ਨੂੰ ਆਪਣੇ ਅਸਲੀ ਦਸਤਾਵੇਜ਼ ਭੇਜਣੇ ਪੈਣਗੇ। ਇਸ ਤੋਂ ਬਾਅਦ श्रेया ਨੇ ਆਪਣੇ ਅਸਲੀ ਦਸਤਾਵੇਜ਼ ਭੇਜੇ ਤਾਂ ਉਸ ਨੂੰ ਜੂਨ ਵਿੱਚ IRCC ਦੇ ਆਪਰੇਸ਼ਨ ਸਪੋਰਟ ਸੈਂਟਰ ਤੋਂ ਇਹ ਜਵਾਬ ਆਇਆ ਕਿ ਉਹ ਅਜਿਹੇ ਮਾਮਲੇ ਨਹੀਂ ਦੇਖਦੇ। श्रेया ਦਾ ਕਹਿਣਾ ਸੀ ਕਿ ਉਦੋਂ ਉਹ ਜਿਹੜੀ ਕਿਰਨ ਦੀ ਉਮੀਦ ਉਸ ਨੂੰ ਦਿਖ ਵੀ ਰਹੀ ਸੀ ਉਹ ਵੀ ਬੁਝ ਗਈ ਅਤੇ ਉਹ ਸਮਾਂ ਉਸ ਲਈ ਬਹੁਤ ਜ਼ਿਆਦਾ ਬੁਰਾ ਸੀ। ਉਹ ਮਾਨਸਿਕ ਤੌਰ ਤੇ ਟੁੱਟ ਚੁੱਕੀ ਸੀ। ਉਸ ਦੇ ਟੁੱਟਣ ਦਾ ਕਾਰਨ ਇਹ ਸੀ ਕਿ ਉਸ ਦੇ ਕੋਲ ਜਿੰਨੀ ਵੀ ਸੇਵਿੰਗ ਸੀ ਉਹ ਸਾਰੀ ਖਤਮ ਹੋ ਚੁੱਕੀ ਸੀ। ਉਸ ਦੀ ਹਾਲਤ ਇੰਨੀ ਜ਼ਿਆਦਾ ਖਰਾਬ ਹੋ ਗਈ ਸੀ ਕਿ ਉਹ ਇੰਨੀ ਟੁੱਟ ਗਈ ਕਿ ਉਸ ਨੂੰ ਆਤਮ ਹੱਤਿਆ ਤੱਕ ਦੇ ਖਿਆਲ ਆਉਣ ਲੱਗੇ। ਅਜਿਹੇ ਵਿੱਚ ਉਸਨੇ ਉਮੀਦ ਦੀ ਆਖਰੀ ਕਿਰਨ ਆਪਣੇ ਬਚਪਨ ਦੇ ਦੋਸਤ ਨੂੰ ਕਾਲ ਕੀਤਾ ਜੋ ਕਿ ਨਾਰਥ ਬੇ ਜੋ ਕਿ ਉਸ ਦੇ ਅਸਲ ਸਥਾਨ ਤੋਂ 435 ਕਿਲੋਮੀਟਰ ਦੀ ਦੂਰੀ ਤੇ ਸੀ। ਉਸ ਨੂੰ ਕਾਲ ਕੀਤੀ। श्रेया ਦੇ ਦੋਸਤ ਨੇ ਉਸ ਨੂੰ ਆਪਣੇ ਕੋਲ ਸ਼ਿਫਟ ਹੋਣ ਲਈ ਸਲਾਹ ਦਿੱਤੀ ਜਿਸ ਤੋਂ ਬਾਅਦ ਉਹ ਨਾਰਥ ਬੇ ਸ਼ਿਫਟ ਹੋ ਗਈ ਅਤੇ ਉਸਨੇ ਆਪਣੀ ਜ਼ਿਆਦਾਤਰ ਪੜ੍ਹਾਈ ਘਰੋਂ ਹੀ ਕੀਤੀ ਕਿਉਂਕਿ ਕਾਲਜ ਇਨ ਪਰਸਨ ਉਸ ਵੇਲੇ ਤੱਕ ਅਜੇ ਖੁੱਲਣੇ ਸ਼ੁਰੂ ਨਹੀਂ ਹੋਏ ਸੀ। ਉਸਨੇ ਕਿਹਾ ਕਿ ਹੁਣ ਉਹ ਉਸਦੇ ਖਰਚੇ ਚੁੱਕ ਰਿਹਾ ਹੈ। ਕਦੇ ਉਸਦੇ ਮਾਪੇ ਉਸ ਨੂੰ ਕੁਝ ਪੈਸੇ ਅਤੇ ਸਮਾਨ ਭੇਜ ਦਿੰਦੇ ਨੇ। श्रेया ਜੋ ਕਿ ਅਜੇ ਵੀ ਨਾਰਥ ਬੇ ਵਿੱਚ ਹੀ ਰਹਿੰਦੀ ਹੈ ਅਤੇ ਜਨਵਰੀ 2023 ਵਿੱਚ ਆਪਣੀਆਂ ਕਲਾਸਾਂ ਸ਼ੁਰੂ ਕਰਨ ਬਾਰੇ ਵਿਚਾਰ ਕਰ ਰਹੀ ਹੈ ਤਦ ਤੱਕ ਉਹ ਕੋਈ ਕੰਮ ਨਹੀਂ ਕਰ ਸਕਦੀ ਤੇ ਆਪਣੇ ਦੋਸਤਾਂ ਤੇ ਪਰਿਵਾਰ ਦੀ ਮਦਦ ਤੇ ਹੀ ਨਿਰਭਰ ਹੈ। CBC ਨੂੰ ਭੇਜੀ ਈਮੇਲ ਵਿੱਚ IRCC ਦੇ ਬੁਲਾਰੇ ਨੇ ਕਿਹਾ ਕਿ श्रेया ਨਾਲ ਹੋਈ ਸਮੱਸਿਆ ਇੱਕ ਮਨੁੱਖੀ ਗਲਤੀ ਦੇ ਕਰਕੇ ਹੋਈ ਹੈ। ਉਸ ਨੂੰ ਜਿਹੜਾ ਪਹਿਲਾ ਪੇਪਰ ਦਿੱਤਾ ਗਿਆ ਸੀ ਉਸ ਵਿੱਚ ਇੱਕ ਲਾਈਨ ਨਹੀਂ ਲਿਖੀ ਗਈ ਸੀ ਕਿ ਇਹ ਕੈਨੇਡਾ ਵਿੱਚ 20 ਘੰਟੇ ਕੰਮ ਕਰਨ ਲਈ ਐਲੀਜੀਬਲ ਹੈ। ਉਹਨਾਂ ਨੇ ਨਾਲ ਹੀ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਕਿ श्रेया ਦੀ ਸਿਨ ਲਈ ਲਗਾਈ ਗਈ ਅਰਜ਼ੀ ਅਗਸਤ 26, 2022 ਨੂੰ ਮਨਜ਼ੂਰ ਕਰ ਲਈ ਗਈ ਹੈ ਤੇ ਸਟੱਡੀ ਪਰਮਿਟ ਉਸ ਨੂੰ ਮੇਲ ਕਰ ਦਿੱਤਾ ਜਾਏਗਾ। ਉਸਨੇ ਕਿਹਾ ਹੈ ਕਿ ਜਿਹੜੇ ਵੀ ਵਿਦਿਆਰਥੀ ਕੈਂਪਸ ਵਿੱਚ ਜਾਂ ਬਾਹਰ ਕੰਮ ਕਰਨ ਲਈ ਯੋਗ ਹੁੰਦੇ ਨੇ ਉਹਨਾਂ ਦੇ ਸਟੱਡੀ ਪਰਮਿਟ ਨਾਲ ਇਹ ਲਿਖਿਆ ਹੁੰਦਾ ਹੈ ਕਿ ਉਹ 20 ਘੰਟੇ ਕੰਮ ਕਰਨ ਲਈ ਐਲੀਜੀਬਲ ਨੇ। ਉਹਨਾਂ ਨੇ ਮੰਨਿਆ ਕਿ श्रेया ਦੀ ਅਰਜ਼ੀ ਉਹਨਾਂ ਨੂੰ ਮਿਲੀ ਸੀ ਪਰ ਉਹ ਅਧੂਰੀ ਸੀ ਜਿਸ ਕਰਕੇ ਉਸ ਨੂੰ ਵਾਪਸ ਭੇਜਿਆ ਗਿਆ। ਦੂਜੇ ਪਾਸੇ ਨਾਰਥ ਬੇ ਸਥਿਤ ਕਰੀ ਇਮੀਗ੍ਰੇਸ਼ਨ ਕੰਸਲਟਿੰਗ ਦੇ ਡੌਨ ਕਰੀ ਨੇ ਕਿਹਾ ਕਿ IRCC ਲੋਕਾਂ ਦੀ ਮਦਦ ਵਿੱਚ ਬਿਲਕੁਲ ਵੀ ਨਹੀਂ ਹੈ। ਉਹਨਾਂ ਨੇ ਕਿਹਾ ਕਿ ਇਹ ਫਰਜ਼ ਉਹਨਾਂ ਕਾਲਜਸ ਅਤੇ ਯੂਨੀਵਰਸਿਟੀਆਂ ਦਾ ਬਣਦਾ ਹੈ ਜੋ ਕਿ ਵਿਦਿਆਰਥੀਆਂ ਤੋਂ ਮੋਟੀਆਂ ਫੀਸਾਂ ਵਸੂਲਦੇ ਨੇ ਕਿ ਉਹਨਾਂ ਦੇ ਕੋਲ ਅਜਿਹਾ ਸਟਾਫ ਹੋਵੇ ਜੋ ਕਿ ਵਿਦਿਆਰਥੀਆਂ ਦਾ ਸਟੱਡੀ ਪਰਮਿਟ ਤੇ ਇਮੀਗ੍ਰੇਸ਼ਨ ਨੂੰ ਲੈ ਕੇ ਹੋਰ ਮਸਲਿਆਂ ਵਿੱਚ ਮਦਦ ਕਰੇ। ਬਿਊਰੋ ਰਿਪੋਰਟ, ਹਮਦਰਦ ਨਿਊਜ਼।